ਉਹ ਵੀ ਇਹੋ ਜਿਹਾ ਕੀਰਤਨ ਜਿੱਥੇ ਭਾਈ ਸਾਹਿਬ ਨੇ ਕਾਫੀ ਸਮਾਂ ਆਪ ਕੀਰਤਨ ਕਰਨਾ ਹੋਵੇ ਅਤੇ ਬਾਕੀ ਸਮਾਂ ਉਹਨਾਂ ਦੇ ਨਾਲ ਦੇ ਹੋਰ ਖਾਸ ਪ੍ਰੇਮੀ ਜੋਤ ਵਿਗਾਸੀ ਪੂਰਨ ਗੁਰਸਿੱਖਾਂ ਨੇ ਕੀਰਤਨ ਕਰਨਾ ਹੋਵੇ। ਉਦੋਂ ਦੀਆਂ ਕੀਰਤਨ ਦੀਆਂ ਵਡਿਆਈਆਂ ਹੀ ਅਕੱਥ ਹਨ। ਇੱਕ ਦੋ ਨਹੀਂ, ਬਹੁਤ ਸਾਰੇ ਕੇਸ ਇਹੋ ਜਿਹੇ ਸੁਣਨ ਨੂੰ ਮਿਲਦੇ ਹਨ ਜਿਨ੍ਹਾਂ 'ਤੇ ਭਾਈ ਸਾਹਿਬ ਜੀ ਜਾਂ ਉਹਨਾਂ ਦੇ ਰੰਗਲੇ ਸੱਜਣਾ ਤੋਂ ਕੀਰਤਨ ਸੁਣਦੇ ਹੋਏ ਬੜੀ ਹੀ ਅਜੀਬ ਕਲਾ ਵਰਤੀ। ਜੇ ਕੋਈ ਨਵਾਂ ਗੁਰਸਿੱਖ ਜਾਂ ਗੁਰਸਿੱਖੀ ਦਾ ਅਭਿਲਾਖੀ ਆ ਕੇ ਭਾਈ ਸਾਹਿਬ ਨੂੰ ਕੋਈ ਗੁਰਸਿੱਖੀ ਜਾਂ ਨਾਮ ਜਪਣ ਦੀ ਚੜ੍ਹਦੀ ਕਲਾ ਪ੍ਰਾਪਤ ਕਰਨ ਲਈ ਬੇਨਤੀ ਕਰਦਾ ਸੀ ਤਾਂ ਉਹ ਕਹਿੰਦੇ ਸਨ ਕਿ ਕੀਰਤਨ ਵਿੱਚ ਆਓ, ਬੈਠ ਕੇ ਕੀਰਤਨ ਸੁਣੋ। ਉਹਨਾਂ ਦੁਆਰਾ ਕੀਤੇ ਜਾ ਰਹੇ ਕੀਰਤਨ ਵਿੱਚ ਇਹੋ ਜਿਹੀ ਪਾਰਸ ਕਲਾ ਭਾਵ ਚੁੰਬਕੀ ਸ਼ਕਤੀ ਸੀ ਜੋ ਸੁਣਨ ਵਾਲੇ ਦੇ ਮਨ ਨੂੰ ਖਿੱਚ ਕੇ ਕੀਰਤਨ ਵਿੱਚ ਗੁਰ ਸ਼ਬਦ ਵਿੱਚ ਜੋੜ ਲੈਂਦੀ ਸੀ, ਕਿਉਂਕਿ ਉਹ ਕੀਰਤਨ ਉਹਨਾਂ ਦੇ ਹਿਰਦੇ ਦੀ ਪ੍ਰੇਮ ਬੇਦਨੀ ਹੂਕ ਹੁੰਦੀ ਸੀ। ਮੈਂ ਪਿੱਛੇ ਲਿਖ ਚੁੱਕਾ ਹਾਂ ਕਿ ਸੰਤ ਜੀ ਇਸੇ ਗੱਲ 'ਤੇ ਜ਼ੋਰ ਦਿੰਦੇ ਰਹੇ ਹਨ ਕਿ ਭਾਈ ਸਾਹਿਬ ਜੀ ਵਰਗੀ ਤਾਂ ਸੰਭਵ ਨਹੀਂ, ਪਰ ਕੁਛ ਨਾ ਕੁਛ ਅਜਿਹੀ ਪਿਆਰ ਭਰੀ ਅੰਮ੍ਰਿਤ ਰਸ ਭਰੀ ਆਵਾਜ਼ ਕੀਰਤਨੀਏ ਦੇ ਅੰਦਰੋਂ ਆਵੇ ਤਾਂ ਸਹੀ। ਸਮੂਹ ਸੰਗਤ ਧਿਆਨ ਦੇ ਕੇ ਵੇਖਣ ਦੀ ਕੋਸ਼ਿਸ਼ ਕਰੇ ਤਾਂ ਨੋਟ ਕਰ ਹੋ ਸਕਦਾ ਹੈ ਕਿ ਕਿਸੇ ਦੀ ਹਿਰਦੇ ਦੀ ਵੇਦਨਾ ਤਾਂ ਬਾਹਰਲੀ ਆਵਾਜ਼ ਰਾਹੀਂ ਹੁਣ ਸੁਣਨ ਤੋਂ ਹਟ ਹੀ ਗਈ ਹੈ, ਭਾਵ ਤਕਰੀਬਨ ਖਤਮ ਹੀ ਹੋ ਗਈ ਹੈ। ਆਮ ਕੀਰਤਨੀਏ ਤਾਂ ਰਸਨਾ ਨਾਲ ਗੁਰਬਾਣੀ ਗਾਉਂਦੇ ਹਨ ਤਾਂ ਸਧਾਰਨ ਤਰੀਕੇ ਦੀ ਆਵਾਜ਼ ਬਾਹਰ ਆਉਂਦੀ ਹੈ। ਹਿਰਦੇ ਵਿੱਚੋਂ ਗੁਰ ਸ਼ਬਦ ਦੇ ਰਸ ਵਿੱਚ ਭਿੱਜੀ ਹੋਈ ਜੋ ਗੁਰ ਸ਼ਬਦ ਦੇ ਰੂਪ ਵਿੱਚ ਹਿਰਦੇ ਨੂੰ ਘਾਇਲ ਕਰ ਦੇਣ ਵਾਲੀ ਆਵਾਜ਼ ਸੁਣੀ ਗਈ ਹੈ, ਉਹ ਤਾਂ ਭਾਈ ਸਾਹਿਬ ਜੀ ਵਰਗੇ ਗੁਰਮੁਖਾਂ ਦੀ ਰਸਨਾ ਨੂੰ ਹੀ ਨਸੀਬ ਹੋਈ ਸੀ। ਉਸ ਪੱਧਰ ਦੀ ਹਰੇਕ ਨੂੰ ਨਹੀਂ ਹੋ ਸਕਦੀ, ਪਰ ਸੰਤ ਜੀ ਦਾ ਭਾਵ ਹੈ ਕਿ ਕੁਛ ਨਾ ਕੁਛ ਤਾਂ ਹੋਵੇ। ਸੰਤ ਜੀ ਤੋਂ ਬਾਅਦ ਹੁਣ ਸਮਾਂ ਕਾਫੀ ਬੀਤ ਗਿਆ। ਸਮਝ ਕੇ ਸੁਧਾਰ ਕਰਨ ਲਈ ਧਿਆਨ ਦੇਣ ਦੀ ਲੋੜ ਹੈ ਕਿ ਹੁਣ ਉਸ ਤਰ੍ਹਾਂ ਹਿਰਦੇ ਤੋਂ ਆਵਾਜ਼ ਆਉਣੀ ਕਿਉਂ ਬੰਦ ਹੀ ਹੋ ਗਈ। ਸਾਡੇ ਵਿੱਚ ਕੀ ਨੁਕਸ ਆ ਗਿਆ? ਸੰਤ ਜੀ ਦੀਆਂ ਸਿੱਖਿਆਵਾਂ ਨੂੰ ਸੁਣ ਕੇ ਅਤੇ ਮੰਨ ਕੇ ਹੀ ਅੱਗੇ ਚੱਲ ਹੋਣਾ ਹੈ। ਇੱਕ ਪ੍ਰੇਮੀ ਗੁਰਸਿੱਖ ਨੇ ਮੈਨੂੰ ਪੁੱਛਿਆ ਕਿ ਭਾਈ ਸਾਹਿਬ ਜੀ ਵਰਗੀ ਹੂਕ ਹੁਣ ਕਿਵੇਂ ਬਣੇ। ਮੈਂ ਬੇਨਤੀ ਕਰ ਰਿਹਾ ਹਾਂ ਕਿ ਭਾਈ ਸਾਹਿਬ ਜੀ ਵਰਗੇ ਤਾਂ ਕੇਵਲ ਭਾਈ ਸਾਹਿਬ ਜੀ ਹੀ ਸਨ। ਉਹ ਜਿਹਾ ਤਾਂ ਧੁਰੋਂ ਦਰਗਾਹੋਂ ਬਖਸ਼ਿਸ਼ ਨਾਲ ਨਿਵਾਜਿਆ ਹੋਇਆ ਕੋਈ ਆਵੇਗਾ ਤਾਂ ਹੀ ਉਹ ਜਿਹੀ ਹੂਕ ਸੁਣਾ ਸਕੇਗਾ। ਪਰ ਉਹਨਾਂ ਦੇ ਦਿਖਾਏ ਹੋਏ ਮਾਰਗ 'ਤੇ ਪੈ ਜਾਣ ਦਾ ਹੋਕਾ ਸੰਤ ਜੀ ਦੇ ਰਹੇ ਹਨ। ਜਿਨ੍ਹਾਂ ਦੇ ਭਾਗਾਂ ਵਿੱਚ ਹੋਇਆ ਉਹ ਸੁਣਨਗੇ ਅਤੇ ਉਹਨਾਂ ਦੇ ਵੀ ਹਿਰਦੇ ਵਿੱਚੋਂ ਆਵਾਜ਼ ਜ਼ਰੂਰ ਆਵੇਗੀ ਜਿਹੜੀ ਹੁਣ ਨਾਲੋਂ ਸੁਧਰਦੀ ਜਾਵੇਗੀ। ਜਦੋਂ ਅਖੰਡ ਕੀਰਤਨੀ ਜਥੇ ਦੀ ਸਮੂਹ ਸੰਗਤ ਹੀ ਸੁਧਾਰਨ ਵਾਲੀ ਬਣ ਜਾਵੇਗੀ ਤਾਂ ਜੇ ਫਟਾਫਟ ਉੱਡਣ ਵਾਲੇ ਨਾ ਬਣੇ, ਅਸੀਂ ਆਤਮਿਕ ਮਾਰਗ ਵਿੱਚ ਭੱਜਣ ਵਾਲੇ ਤਾਂ ਛੇਤੀ ਹੀ ਬਣ ਜਾਵਾਂਗੇ। ਹੋਰ ਸਮਾਂ ਖਰਾਬ ਨਾ ਕਰਕੇ ਸਮੂਹ ਸੰਗਤ ਉਹਨਾਂ ਦੇ ਮਾਰਗ 'ਤੇ ਪੈ ਜਾਵੇ, ਨਹੀਂ ਤਾਂ ਅਜੇ ਉਡਾਰੀ ਹੇਠਾਂ ਵੱਲ ਨੂੰ ਚੱਲ ਰਹੀ ਹੈ ਅਤੇ ਚੱਲਦੀ ਰਹਿਣੀ ਹੈ। ਵੱਡੀ ਉਮਰ ਵਾਲੇ ਕਈ ਆਮ ਪੱਧਰ ਦੇ ਗੁਰਸਿੱਖਾਂ ਤੋਂ ਵੀ ਸੁਣਿਆ ਗਿਆ ਹੈ ਕਿ ਭਾਈ ਸਾਹਿਬ ਜੀ ਪਾਸ
ਮਹੀਨਾ ਕੁ ਕੁਮਾਰ ਹੱਟੀ ਲਗਾ ਕੇ ਆਉਂਦੇ ਸੀ ਤਾਂ ਨਾਮ ਬਾਣੀ ਵਿੱਚ ਮਨ ਆਪੇ ਹੀ ਜੁੜਨ ਲੱਗ ਪੈਂਦਾ ਸੀ। ਉਸ ਪ੍ਰੇਮ ਵੇਦਨੇ ਕੀਰਤਨ ਵਿੱਚ ਸਰੋਤਿਆਂ ਦਾ ਮਨ ਵੇਧਿਆ ਜਾਂਦਾ ਸੀ। ਜਿਉਂ-ਜਿਉਂ ਮਨ ਜੁੜਦਾ ਜਾਂਦਾ ਸੀ ਤਿਉਂ-ਤਿਉਂ ਗੁਰ ਸ਼ਬਦ ਦਾ ਰਸ ਆਉਣ ਲੱਗ ਪੈਂਦਾ ਸੀ ਅਤੇ ਇਹ ਰਸ ਵੱਧਦਾ ਜਾਂਦਾ ਸੀ। ਇਹ ਅੰਮ੍ਰਿਤ ਰਸ ਹੋਰ ਵਧੀ ਹੀ ਜਾਂਦਾ ਸੀ। ਜਦੋਂ ਇਸ ਰਸ ਨੂੰ ਪੀਣ ਵਾਲੇ ਗੁਰਸਿੱਖ ਤੋਂ ਸੰਭਾਲਿਆ ਨਹੀਂ ਸੀ ਜਾਂਦਾ ਤਾਂ ਉਹ ਕੀਰਤਨ ਵਿੱਚ ਬੈਠੇ ਹੀ ਬੇਵੱਸ ਅਤੇ ਬੈਰਾਗੀ ਹੋ ਜਾਂਦੇ ਸਨ। ਉਹਨਾਂ ਦੀਆਂ ਅੱਖਾਂ ਵਿੱਚੋਂ ਵੈਰਾਗ ਦਾ ਜਲ ਚੱਲਦਾ ਹੋਇਆ ਰੁਕਦਾ ਨਹੀਂ ਸੀ। ਉਹਨਾਂ ਨੂੰ ਆਪਣੇ ਆਪ ਦੀ ਸੁੱਧ ਬੁੱਧ ਹੀ ਨਹੀਂ ਸੀ ਰਹਿੰਦੀ। ਨਵੇਂ ਗੁਰਸਿੱਖਾਂ ਨੂੰ ਸੁੱਧ ਬੁੱਧ ਕਿਵੇਂ ਰਹਿ ਜਾਂਦੀ? ਇਹ ਸੁੱਧ ਬੁੱਧ ਤਾਂ ਪੁਰਾਤਨ ਗੁਰਸਿੱਖਾਂ ਦੀ ਵੀ ਵਿਸਰ ਜਾਂਦੀ ਸੀ। ਇਸ ਅਕਥ ਅੰਮ੍ਰਿਤ ਰਸ ਦੀ ਖੇਡ ਨੂੰ ਹੋਰ ਸਮਝਣ ਲਈ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਪੁਸਤਕ ਰੰਗਲੇ ਸੱਜਣ ਵਿੱਚ ਸੰਤ ਹੀਰਾ ਸਿੰਘ ਜੀ ਦਾਊਦਪੁਰ ਵਾਲੇ ਅਤੇ ਹੀਰਾ ਹਰਬਚਨ ਸਿੰਘ ਜੀ ਵਰਗੇ ਪੁਰਾਤਨ ਗੁਰਸਿੱਖਾਂ ਦੀਆਂ ਜੀਵਨੀਆਂ ਵੇਖੀਆਂ ਜਾ ਸਕਦੀਆਂ ਹਨ। ਉਹਨਾਂ ਦੇ ਰੋਮ ਵਿੱਚ ਅੰਮ੍ਰਿਤ ਰਸ ਭਰ ਜਾਣ ਨਾਲ ਉਹਨਾਂ ਦੇ ਸਰੀਰ ਹਲਕੇ ਫੁਲਕੇ ਹੋ ਜਾਂਦੇ ਸਨ ਅਤੇ ਉਹ ਸਮਾਧੀ ਵਿੱਚ ਬੈਠੇ ਹੋਏ ਹੀ ਉੱਡ ਕੇ ਕਮਰੇ ਦੀ ਛੱਤ ਨਾਲ ਜਾ ਲੱਗਦੇ ਸਨ। ਹੀਰਾ ਹਰਬਚਨ ਸਿੰਘ ਜੀ ਦੀ ਇਹ ਖੇਡ ਹੋਰ ਵੀ ਅਜੀਬ ਅਤੇ ਅਕਥ ਸੀ। ਇਸ ਨੂੰ ਪੁਸਤਕ ਰੰਗਲੇ ਸੱਜਣ ਵਿੱਚੋਂ ਹੀ ਵੇਖ ਲੈਣਾ ਜ਼ਰੂਰੀ ਹੈ। ਮੇਰਾ ਸਨਿਮਰ ਸੁਝਾਅ ਹੈ ਕਿ ਜਿਨ੍ਹਾਂ ਨੇ ਪੁਸਤਕ ਰੰਗਲੇ ਸੱਜਣ ਨਹੀਂ ਪੜ੍ਹੀ ਉਹ ਹੁਣ ਜ਼ਰੂਰ ਪੜ੍ਹ ਲੈਣ। ਜੋ ਕੁਝ ਉੱਥੇ ਲਿਖਿਆ ਗਿਆ ਹੈ ਪੜ੍ਹ ਕੇ ਹੀ ਪਤਾ ਲੱਗਣਾ ਹੈ। ਮੈਨੂੰ ਪੂਰਾ ਯਕੀਨ ਹੈ ਕਿ ਇਹੋ ਜਿਹੇ ਉੱਚ ਅਵਸਥਾ ਵਾਲੇ ਗੁਰਸਿੱਖ ਨਾ ਤਾਂ ਆਪ ਜੀ ਨੇ ਸੁਣੇ ਹੋਣਗੇ ਅਤੇ ਨਾ ਹੀ ਆਪ ਜੀ ਇਹੋ ਜਿਹੇ ਗੁਰਸਿੱਖਾਂ ਬਾਰੇ ਉੱਥੇ ਪੜ੍ਹਨ ਤੋਂ ਬਗੈਰ ਸੋਚ ਸਕਦੇ ਹੋ। ਉਹਨਾਂ ਦੀ ਇਸ ਅਵਸਥਾ ਨੂੰ ਉੱਥੇ ਤੋਂ ਪੜ੍ਹ ਕੇ ਹੀ ਕੁਝ ਸਮਝ ਆ ਸਕਦਾ ਹੈ। ਉਹਨਾਂ ਸੱਚਖੰਡ ਜਾ ਵਸੇ ਗੁਰੂ ਦੇ ਬਹੁਤ ਪਿਆਰੇ ਗੁਰਸਿੱਖਾਂ ਦੇ ਜੀਵਨ ਸਦਾ ਬੋਲ ਰਹੇ ਹਨ ਕਿ ਜੇ ਤੁਸੀਂ ਸੇਵਾ ਸਿਮਰਨ ਦੀ ਅਸਲ ਵਿੱਚ ਹੀ ਕਮਾਈ ਕਰਨੀ ਹੈ ਤਾਂ ਉਹਨਾਂ ਵਾਂਗ ਕਰੋ। ਉਹਨਾਂ ਦੇ ਪਿੱਛੇ ਲੱਗਣ ਤੋਂ ਬਗੈਰ ਨਾਮ ਬਾਣੀ ਦੀ ਅਟੁੱਟ ਕਮਾਈ ਨਹੀਂ ਹੋ ਸਕਦੀ। ਇੱਕ ਨਵੇਂ ਵਿਅਕਤੀ ਲਈ ਤਾਂ ਜਿਸ ਨੇ ਇਸ ਅੰਮ੍ਰਿਤ ਰਸ ਨੂੰ ਪਹਿਲਾਂ ਚਖਿਆ ਹੀ ਨਾ ਹੋਵੇ ਗੁਰ ਸ਼ਬਦ ਰਸ ਨੂੰ ਸੰਭਾਲਣਾ ਬਹੁਤ ਹੀ ਮੁਸ਼ਕਲ ਹੈ। ਸਾਨੂੰ ਆਮ ਸੰਗਤ ਨੂੰ ਇਸ ਗੱਲ ਦੀ ਬੜੀ ਮੌਜ ਹੈ ਕਿ ਨਾ ਤਾਂ ਸਾਨੂੰ ਇਹ ਅੰਮ੍ਰਿਤ ਰਸ ਪ੍ਰਾਪਤ ਹੋਇਆ ਹੈ ਨਾ ਹੀ ਸਾਨੂੰ ਇਸ ਰਸ ਦੀ ਸਮਝ ਹੈ। ਅਸੀਂ ਬਿਨਾਂ ਕਿਸੇ ਹਿਚਕਚਾਹਟ ਤੋਂ ਉਹਨਾਂ ਦੇ ਮਜ਼ਾਕ ਬਣਾ ਸਕਦੇ ਹਾਂ ਜਿਨ੍ਹਾਂ ਨੇ ਇਸ ਰਸ ਨੂੰ ਪੀਤਾ ਪਰ ਨਵੇਂ ਹੋਣ ਕਰਕੇ ਇਸ ਨੂੰ ਸੰਭਾਲ ਨਹੀਂ ਸਕੇ। ਸਾਨੂੰ ਇਸ ਰਸ ਬਾਰੇ ਸਾਰਾ ਗਿਆਨ ਸਿਰਫ ਗੱਲਾਂ ਹੀ ਪ੍ਰਤੀਤ ਹੋਣ ਲੱਗ ਪਈਆਂ ਹਨ, ਪਰ ਗੁਰੂ ਦੀ ਬਾਣੀ ਇਸ ਬਾਰੇ ਸੇਧ ਦਿੰਦੀ ਹੈ। ਹਰ ਰਸ ਪੀਵੋ ਭਾਈ, ਹਰ ਰਸ ਪੀਵੋ ਪੁਰਖ ਗਿਆਨੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਗੁਰੂ ਦੀ ਬਾਣੀ ਤਾਂ ਸੇਧ ਦਿੰਦੀ ਹੈ ਕਿ ਇਸ ਨਾਮ ਰਸ ਜਾਂ ਅੰਮ੍ਰਿਤ ਰਸ ਨੂੰ ਪੀਵੋ। ਸਿਰਫ ਇਸ ਰਸ ਦੀਆਂ ਗੱਲਾਂ ਹੀ ਨਹੀਂ ਕਰਨੀਆਂ, ਮਹਿਸੂਸ ਹੀ ਨਹੀਂ ਕਰਨਾ ਜਾਂ ਆਮ ਜਿਹੇ ਆਨੰਦ ਅਤੇ ਨਾਮ ਰਸ ਨੂੰ ਇੱਕ ਹੀ ਨਹੀਂ ਸਮਝ ਲੈਣਾ, ਸਗੋਂ ਇਸ ਰਸ ਨੂੰ ਸਪਸ਼ਟ ਤੌਰ ਤੇ ਅਤੇ ਬਿਲਕੁਲ ਅਸਲੀਅਤ ਵਿੱਚ ਪੀਣਾ ਹੈ। ਰਸਨਾ ਨਾਲ ਹੀ ਇਸ ਰਸ ਨੂੰ ਨਹੀਂ ਮਾਣਨਾ ਬਲਕਿ ਰੋਮ ਨਾਲ ਹੀ ਇਸ ਰਸ ਨੂੰ ਪੀਣਾ ਹੈ। ਸੰਤ ਬਾਬਾ ਜੀ ਅੰਮ੍ਰਿਤ ਰਸ ਜਾਂ ਨਾਮ ਰਸ ਨੂੰ ਸਮਝਾਉਣ ਲਈ ਉਪਰੋਕਤ ਤੋਂ ਇਲਾਵਾ ਭਗਤ ਫਰੀਦ ਜੀ ਦੀ ਬਾਣੀ ਵਿੱਚੋਂ ਇਸ ਸ਼ਲੋਕ ਦਾ ਦ੍ਰਿਸ਼ਟਾਂਤ ਦੇ ਕੇ ਅਰਥਾਂ ਸਮੇਤ ਇਸ ਤਰ੍ਹਾਂ ਸਮਝਾਉਂਦੇ ਹੁੰਦੇ ਸਨ। ਫਰੀਦਾ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓਂ, ਮਾਂਝਾ ਦੁੱਧ,
ਸਭੇ ਵਸਤੂ ਮਿੱਠੀਆਂ, ਰੱਬ ਨਾ ਪੂਜਨ ਤੁਧ। ਬਾਬਾ ਫਰੀਦ ਜੀ ਕਹਿੰਦੇ ਹਨ ਕਿ ਸ਼ੱਕਰ, ਖੰਡ, ਮਿਸਰੀ, ਗੁੜ, ਸ਼ਹਿਦ, ਮੱਝ ਦਾ ਦੁੱਧ, ਕੋਈ ਵੀ ਵਸਤੂ ਮੂੰਹ ਵਿੱਚ ਪਾਈ ਜਾਵੇ ਮਿੱਠਾ ਸਵਾਦ ਆਉਂਦਾ ਹੈ। ਇਹ ਸਾਰੀਆਂ ਵਸਤੂਆਂ ਮਿੱਠੀਆਂ ਹਨ, ਪਰ ਨਾਮ ਰਸ ਦੇ ਸਾਹਮਣੇ ਤੁੱਛ ਹਨ। ਇਸੇ ਲਈ ਭਗਤ ਬਾਬਾ ਫਰੀਦ ਜੀ ਇਸ ਅੰਮ੍ਰਿਤ ਰਸ ਨਾਲ ਤ੍ਰਿਪਤ ਹੋ ਕੇ ਅਤੇ ਇਸ ਦੀ ਵਿਸਮਾਦੀ ਵਡਿਆਈ ਨੂੰ ਵੇਖ ਕੇ ਕਹਿੰਦੇ ਹਨ ਕਿ ਹੇ ਰੱਬ, ਇਹ ਵਸਤਾਂ ਤੇਰੇ ਜਾਂ ਤੇਰੇ ਨਾਮ ਦੀ ਬਰਾਬਰੀ ਵਿੱਚ ਕੁਝ ਵੀ ਨਹੀਂ ਹਨ। ਸੰਤ ਜੀ ਦੱਸਦੇ ਹੁੰਦੇ ਸਨ ਕਿ ਜਿਵੇਂ ਸ਼ੱਕਰ, ਖੰਡ, ਮਿਸਰੀ, ਗੁੜ, ਸ਼ਹਿਦ ਆਦਿਕ ਮੂੰਹ ਵਿੱਚ ਪਾਉਣ 'ਤੇ ਇਹਨਾਂ ਦਾ ਅਸਲੀਅਤ ਵਿੱਚ ਹੀ ਸਵਾਦ ਆਉਂਦਾ ਹੈ, ਇਸੇ ਤਰ੍ਹਾਂ ਨਾਮ ਜਪਣ, ਗੁਰਬਾਣੀ ਪੜ੍ਹਨ ਨਾਲ ਇਹ ਅੰਮ੍ਰਿਤ ਸੱਚੀ ਮੁੱਚੀ ਮੂੰਹ ਵਿੱਚ ਪਵੇਗਾ ਅਤੇ ਅੰਮ੍ਰਿਤ ਦਾ ਰਸ ਸੱਚੀ ਮੁੱਚੀ ਹੀ ਆਵੇਗਾ। ਅੰਮ੍ਰਿਤ ਰਸ ਕਹਿਣ ਮਾਤਰ ਹੀ ਨਹੀਂ, ਇਹ ਵਾਸਤਵਿਕ ਰਸ ਹੈ। ਇਸ ਅੰਮ੍ਰਿਤ ਰਸ ਨੂੰ ਪ੍ਰਾਪਤ ਕਰਨ ਲਈ ਨਾਮ ਬਾਣੀ ਜਪਣ ਦੀ, ਗਾਉਣ ਦੀ, ਕਮਾਈ ਕਰਨ ਦੀ ਲੋੜ ਹੈ। ਜਿਵੇਂ ਪੁਸਤਕ ਵਿੱਚ ਸੰਤ ਜੀ ਦੇ ਜੀਵਨ ਤੋਂ ਸੇਧ ਮਿਲ ਰਹੀ ਹੈ ਅਤੇ ਅੱਗੇ ਵੀ ਇਹ ਸੇਧ ਹੋਰ ਵੀ ਬਹੁਤ ਬਹੁਤ ਮਿਲਦੀ ਜਾਵੇਗੀ।